ਕੇਂਦਰ ਦੇ ਮਤਿਆਂ ਨੂੰ ਕਿਸਾਨਾਂ ਨੇ ਠੁਕਰਾਇਆ, ਕਿਹਾ ਕਾਨੂੰਨ ਹੋਣ ਰੱਦ। ਸੰਘਰਸ਼ ਹੋਰ ਤੇਜ਼ ਕਰਨ ਦਾ ਫੈਸਲਾ। ਜੈਪੁਰ ਦਿੱਲੀ ਹਾਈਵੇ ਰੋਕਣ ਦਾ ਐਲਾਨ। 14 ਦਸੰਬਰ ਨੂੰ ਪੂਰੇ ਦੇਸ਼ 'ਚ ਧਰਨੇ। ਕੇਂਦਰ ਨੇ ਮਤੇ 'ਚ ਕਿਸਾਨਾਂ ਨੂੰ ਅੰਦੋਲਨ ਵਾਪਸ ਲੈਣ ਲਈ ਕਿਹਾ ਸੀ। MSP ਲਈ ਲਿਖਤ 'ਚ ਭਰੋਸਾ ਦੇਣ ਦਾ ਸੀ ਮਤਾ। ਲਿਖਿਆ ਸੀ ਕਿਸਾਨਾਂ ਨੂੰ ਸਿਵਲ ਕੋਰਟ ਜਾਣ ਦਾ ਅਧਿਕਾਰ ਦੇਵਾਂਗੇ। ਖੇਤੀ ਕਾਨੂੰਨ ਰੱਦ ਕਰਵਾਉਣ ਦੀ ਮੰਗ ਲੈ ਕੇ ਵਿਰੋਧੀ ਪਾਰਟੀਆਂ ਦਾ 5 ਮੈਂਬਰੀ ਵਫਦ ਰਾਸ਼ਟਰਪਤੀ ਨੂੰ ਮਿਲਿਆ। ਰਾਹੁਲ ਗਾਂਧੀ ਬੋਲੇ, ਨਵੇਂ ਖੇਤੀ ਕਾਨੂੰਨ ਕਿਸਾਨਾਂ ਦਾ ਅਪਮਾਨ। ਚੌਟਾਲਾ ਪਿੰਡ 'ਚ ਉੱਠੀ ਦੁਸ਼ਯੰਤ ਖਿਲਾਫ ਆਵਾਜ਼। ਸਮਾਜਿਕ ਬਾਈਕਾਟ ਦਾ ਐਲਾਨ। ਟਵਿੱਟਰ ਤੇ ਟ੍ਰੈਂਡ ਕੀਤਾ ਦੁਸ਼ਯੰਤ ਕਿਸਾਨ ਜਾਂ ਕੁਰਸੀ। ਦੁਸ਼ਯੰਤ ਫਿਲਹਾਲ ਚੁੱਪੀ ਧਾਰੀ ਬੈਠੇ। DGP ਮੁਹੰਮਦ ਮੁਸਤਫਾ ਨੇ ਕੀਤਾ ਸੁਪਰੀਮ ਕੋਰਟ ਦਾ ਰੁਖ। ਹਾਈ ਕੋਰਟ ਨੇ ਕੈਟ ਦੇ ਆਰਡਰ ਨੂੰ ਕੀਤਾ ਸੀ ਰਿਜੈਕਟ। ਹਾਈ ਕੋਰਟ ਨੇ ਦਿਨਕਰ ਗੁਪਤਾ ਦੀ ਨਿਯੁਕਤੀ ਨੂੰ ਠਹਿਰਾਇਆ ਸੀ ਜਾਇਜ਼। ਕੇਂਦਰ ਸਰਕਾਰ ਵੀ ਅੜੀ ਹੋਈ ਹੈ ਤੇ ਕਿਸਾਨ ਵੀ ਆਪਣੇ ਰੁਖ ਤੇ ਕਾਇਮ ਨੇ। ਅੱਜ ਪਹਿਲੀ ਵਾਰ ਕੇਂਦਰ ਵੱਲੋਂ ਲਿਖਤ 'ਚ ਮਤਾ ਕਿਸਾਨ ਜਥੇਬੰਦੀਆਂ ਨੂੰ ਭੇਜਿਆ ਗਿਆ, ਪਰ ਕਿਸਾਨਾਂ ਨੇ ਠੁਕਰਾ ਦਿੱਤਾ, ਸਗੋਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸਦੇ ਹਾਂ ਕਿ ਆਖਰ ਕੇਂਦਰ ਵੱਲੋਂ ਭੇਜੇ ਉਸ ਮਤੇ 'ਚ ਕੀ ਸੀ, ਕਿਸਾਨਾਂ ਨੇ ਕੀ ਇਤਰਾਜ਼ ਜਤਾਏ ਨੇ ਤੇ ਨਵੀਂ ਰਣਨੀਤੀ ਕੀ ਹੈ ਕਿਸਾਨ ਜਥੇਬੰਦੀਆਂ ਦੀ। ਕਿਸਾਨਾਂ ਨੇ ਕੇਂਦਰ ਸਰਕਾਰ ਦਾ ਮਤਾ ਠੁਕਰਾ ਦਿੱਤਾ ਹੈ। ਪਹਿਲੇ ਦਿਨ ਤੋਂ ਕਿਸਾਨ ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਤੇ ਡਟੇ ਹੋਏ ਨੇ, ਪਰ ਕੇਂਦਰ ਸਰਕਾਰ ਵੀ ਅੜੀ ਹੋਈ ਹੈ ਕਿ ਸੌਦਾ ਕਰਵਾ ਲਓ। ਅਜੇ ਤੱਕ ਮੂੰਹ ਜ਼ਬਾਨੀ ਗੱਲਾਂ ਹੋ ਰਹੀਆਂ ਸਨ। ਅੱਜ ਲਿਖਤੀ ਮਤਾ ਆਇਆ ਤਾਂ ਕਿਸਾਨ ਜਥੇਬੰਦੀਆਂ ਨੇ ਇੱਕ ਸੁਰ 'ਚ ਇਸ ਨੂੰ ਰੱਦ ਕਰਨ 'ਚ ਪਲ ਨਹੀਂ ਲਗਾਇਆ ਤੇ ਕਹਿ ਦਿੱਤਾ ਕਿ ਅਸੀਂ ਵੀ ਲਿਖ ਕੇ ਭੇਜਾਂਗੇ ਕਿ ਸਾਨੂੰ ਤੁਹਾਡਾ ਪ੍ਰਪੋਜ਼ਲ ਮਨਜ਼ੂਰ ਨਹੀਂ ਹੈ। इतना बोलना चाहता हूं कि गवर्नमेंट की प्रपोजल को पंजाब के संगठनों ने और देश के संगठनों ने पूरी तरह रद्द कर दिया। हम लोगों ने फिर भी मना किया और साफ कह दिया कि हमारी डेडलाइन है एकदम 3 अध्यादेश पूरी तरह निरस्त हो और MSP पर क्रय करने की गारंटी का कानून बनाया जाए। ये 2 बातें उनको साफ कह दी। फिर भी उन्होंने कहा कि हमारी रिक्वेस्ट है कि आपको हम प्रपोजल भेजेंगे इन्हीं आवश्यक सुधारों को लेकर। प्रपोजल हम भेजेंगे, आप उस पर कम से कम विचार करें या गौर करें। प्रपोजल जो आया वो गोल मोल जिस प्रकार का 3 अध्यादेश के बारे में सरकार जारी होने के बाद से लगातार कह रही है, उसी के आसपास है कि इससे बहुत फायदा होगा, ये किया जाएगा, वो किया जाएगा, सौदरीकरण किया जाएगा, किसान की आय दूनी की जाएगी, ये सब किया जाएगा, पर कैसे किया जाएगा इसका कोई स्पष्ट उल्लेख नहीं है। चूंकि हम लोग कह चुके हैं कि हमको ये अध्यादेश निरस्त कराना है और MSP पर गारंटी का कानून, इसके हमारी ये डेडलाइन है। देखो, जो यहाँ पे फैसले हुए हैं ये पूर्ण रूप से जो यहाँ मोर्चे ने जो फैसला लिया है और पूरा देश का फैसला है। ये किसी व्यक्ति का फैसला नहीं, किसी संगठन का नहीं है। और पूरे ये मोर्चाबंदी जिस तरह से दिल्ली की करी जाएगी, ये पूरे यहाँ का किसानों का फैसला है। ਹੁਣ ਜ਼ਰਾ ਕੇਂਦਰ ਦੇ ਮਤੇ ਬਾਰੇ ਵੀ ਜਾਣ ਲਓ। ਇਸ 'ਚ ਇਹ ਵੀ ਲਿਖਿਆ ਗਿਆ ਹੈ ਕਿ ਕਿਸਾਨ ਅੰਦੋਲਨ ਵਾਪਸ ਲੈ ਲੈਣ। ਇਸ ਮਤੇ 'ਚ ਲਿਖਿਆ ਹੈ ਕਿ ਕਿਸਾਨ ਮੁੱਦਾ ਚੁੱਕ ਰਹੇ ਨੇ ਕਿ MSP ਦੀ ਗਾਰੰਟੀ ਲਈ ਕਾਨੂੰਨ ਬਣਾਇਆ ਜਾਏ। ਕੇਂਦਰ ਨੇ ਮਤਾ ਪੇਸ਼ ਕੀਤਾ ਹੈ ਕਿ MSP ਲਈ ਲਿਖਤ 'ਚ ਭਰੋਸਾ ਦਿੱਤਾ ਜਾਏਗਾ। ਅਗਲਾ ਮੁੱਦਾ ਪਰਾਲੀ ਦਾ ਆਰਡੀਨੈਂਸ ਪੂਰੀ ਤਰ੍ਹਾਂ ਰੱਦ ਕੀਤਾ ਜਾਏ ਤਾਂ ਸਰਕਾਰ ਨੇ ਕਿਹਾ ਹੈ ਪਰਾਲੀ ਆਰਡੀਨੈਂਸ ਦੇ ਇਤਰਾਜ਼ ਦਾ ਹੱਲ ਕਰਾਂਗੇ। ਕਿਸਾਨਾਂ ਦਾ ਇੱਕ ਹੋਰ ਇਤਰਾਜ਼ ਹੈ ਕਿ ਪ੍ਰਾਈਵੇਟ ਮੰਡੀਆਂ ਨੂੰ ਖੋਲ੍ਹ, ਸਰਕਾਰੀ ਮੰਡੀਆਂ ਟੁੱਟਣਗੀਆਂ। ਤਾਂ ਮਤਾ ਇਹ ਦਿੱਤਾ ਗਿਆ ਹੈ ਕਿ ਨਿੱਜੀ ਮੰਡੀਆਂ ਤੇ ਸੂਬਾ ਸਰਕਾਰ ਰਜਿਸਟ੍ਰੇਸ਼ਨ ਤੇ ਸੈਸ ਲਗਾ ਸਕਦੀ। ਇੱਕ ਹੋਰ ਮੁੱਦਾ ਕਿਸਾਨ ਲਗਾਤਾਰ ਚੁੱਕ ਰਹੇ ਨੇ, ਪੈਨ ਕਾਰਡ ਆਧਾਰ ਤੇ ਫਸਲ ਖਰੀਦਣ ਦੀ ਖੁੱਲ੍ਹ ਸੁਰੱਖਿਅਤ ਨਹੀਂ ਹੈ, ਜਿਸ ਸਰਕਾਰ ਨੇ ਕਿਹਾ ਹੈ ਕਿ ਸੂਬਾ ਸਰਕਾਰਾਂ ਨੂੰ ਪੰਜੀਕਰਨ ਲਈ ਨਿਯਮ ਦੀ ਸ਼ਕਤੀ ਦਿੱਤੀ ਜਾ ਸਕਦੀ ਹੈ। ਕਿਸਾਨ ਜਥੇਬੰਦੀਆਂ ਲਗਾਤਾਰ ਇਹ ਵੀ ਇਤਰਾਜ਼ ਜਤਾ ਰਹੀਆਂ ਨੇ ਕਿ ਕਾਰਪੋਰੇਟ ਘਰਾਣੇ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਕਰ ਸਕਦੇ ਨੇ ਤੇ ਮਤਾ ਕੇਂਦਰ ਦਾ ਇਹ ਹੈ ਕਿ ਪੈਦਾ ਹੋਣ ਵਾਲੀ ਫਸਲ, ਸੰਦ ਤੇ ਬਣਤਰ ਤੇ ਕੋਈ ਲੋਨ ਨਹੀਂ ਲਿਆ ਜਾ ਸਕੇਗਾ।
ਕਿਸਾਨਾਂ ਦੇ ਇਹ ਵੀ ਸਵਾਲ ਸਨ ਕਿ ਵਿਵਾਦ ਪੈਦਾ ਹੋਣ ਕਾਰਨ ਉਹ ਕੋਰਟ ਨਹੀਂ ਜਾ ਸਕਦਾ ਤਾਂ ਕੇਂਦਰ ਨੇ ਮਤਾ ਰੱਖਿਆ ਕਿ ਕਿਸਾਨਾਂ ਨੂੰ ਸਿਵਲ ਕੋਰਟ ਜਾਣ ਦਾ ਅਧਿਕਾਰ ਦੇਵਾਂਗੇ। ਪਰ ਕੇਂਦਰ ਵੱਲੋਂ ਪੇਸ਼ ਮਤੇ ਨੂੰ ਕਿਸਾਨਾਂ ਨੇ ਰੱਦ ਕਰਦੇ ਹੋਏ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਰਣਨੀਤੀ ਬਣਾਈ ਗਈ ਹੈ ਤਾਂ ਕਿ ਕੇਂਦਰ सरकार तक होर जोरदार तरीके नाल आवाज पहुंच सके। 14 तारीख को जो है पूरे देश के अंदर 14 तारीख को पूरे देश के अंदर बड़ा आंदोलन होगा। हर जगह प्रदर्शन किए जाएंगे। 14 तारीख को 12 तारीख को जयपुर हाईवे रोड है उसको रोका जाएगा और इसको जो टोल प्लाजे हैं इनको पर्ची मुक्त किया जाएगा। ये फैसला पूरे देश के अंदर लिया गया है और सब जगह पे इस आंदोलन को और ज्यादा तेज करने के लिए पूरे देश के अंदर कॉल दी जा रही है कि सभी देश से लोग जो है वो दिल्ली की तरफ कूच करेंगे। ये कॉल दी जा रही है। 12 तारीख को पूरे देश में रोष प्रदर्शन और धरने दिए जाएंगे। 12 तारीख को 14 तारीख को पूरे देश में धरने प्रदर्शन किए जाएंगे। धरने के साथ साथ ये दूसरी स्पेसिफिक जो दिल्ली के इर्द गिर्द के प्रांत है, उत्तराखंड, यूपी, पंजाब, हरियाणा, मध्य प्रदेश, राजस्थान, ये एक दिन के लिए दिल्ली चलो की काल देते हुए धरने लगाएंगे। दूसरे देश के जो हिस्से हैं साउथ इंडिया, वहाँ वो लोग 14 तारीख के बाद भी इन धरने प्रदर्शनों को जारी रखेंगे अनिश्चित काल के लिए। 12 तारीख को पूरे देश में टोल प्लाजा जो है उनको फ्री कर दिया जाएगा। 12 तारीख को एक दिन के लिए और 12 तारीख को ही दिल्ली जयपुर हाईवे, जयपुर दिल्ली हाईवे को 12 तारीख अल्टीमेटम है। उससे पहले भी हो सकता है। 12 से 12 तक तो वो जाम हो ही जाएगा। जियो के बारे में हमारे अध्यक्ष जी ने बता दिया। जियो यानी रिलायंस कंपनी के जो भी प्रोडक्ट एंड सर्विसेज है उनको बाइकाट किया जाएगा। जियो सिम के लिए कॉल दिया जाएगा उसका पोर्ट करवाने के लिए और जियो के अदर प्रोडक्ट्स जो है और उनके लिए। ਇਸ ਤੋਂ ਪਹਿਲਾਂ ਕਿਸਾਨ ਲੀਡਰਾਂ ਦੀ ਮੰਗਲਵਾਰ ਦੇਰ ਰਾਤ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੀਟਿੰਗ ਬੇਸਿੱਟਾ ਰਹੀ, ਜਿਸ ਤੋਂ ਬਾਅਦ ਬੁੱਧਵਾਰ ਹੋਣ ਵਾਲੀ ਕੇਂਦਰ ਨਾਲ ਬੈਠਕ ਮੁਲਤਵੀ ਕਰ ਦਿੱਤੀ ਗਈ ਸੀ। ਜਦੋਂ ਹੁਣ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਪ੍ਰਪੋਜ਼ਲ ਨੂੰ ਰੱਦ ਕਰ ਦਿੱਤਾ ਹੈ, ਅਜਿਹੇ 'ਚ ਸਥਿਤੀ ਹੋਰ ਪੇਚੀਦਾ ਬਣ ਗਈ ਹੈ। ਕੇਂਦਰ ਸਰਕਾਰ ਗੱਲਬਾਤ ਨਾਲ ਸੰਕੇਤ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸਰਕਾਰ ਆਪਣੇ ਰੁਖ ਤੇ ਅੜੀ ਨਹੀਂ ਹੈ। ਵੱਡਾ ਦਿਲ ਵਿਖਾਉਂਦੇ ਹੋਏ ਉਹਨਾਂ ਨੇ ਕਿਸਾਨਾਂ ਦੀ ਗੱਲ ਤੇ ਵਿਚਾਰ ਕੀਤਾ, ਪਰ ਨਾਲ ਹੀ ਸਰਕਾਰ ਇਹ ਗੱਲ ਵੀ ਸਪਸ਼ਟ ਤੌਰ ਤੇ ਕਹਿ ਰਹੀ ਹੈ ਕਿ ਨਵੇਂ ਖੇਤੀ ਕਾਨੂੰਨ ਵਾਪਸ ਨਹੀਂ ਲਏ ਜਾਣਗੇ। ਪਹਿਲਾਂ ਸਕੱਤਰ ਪੱਧਰ ਦੀ ਗੱਲਬਾਤ ਹੋਈ, ਫਿਰ ਮੰਤਰੀ ਪੱਧਰ ਦੀ ਤੇ ਮੰਗਲਵਾਰ ਸ਼ਾਮ ਨੂੰ ਸਰਕਾਰ 'ਚ ਨੰਬਰ 2 ਦਾ ਦਰਜਾ ਰੱਖਣ ਵਾਲੇ ਅਮਿਤ ਸ਼ਾਹ ਦੀ ਐਂਟਰੀ ਹੋਈ। ਹਾਲਾਂਕਿ ਹੁਣ ਤੱਕ ਦੀਆਂ ਮੁਲਾਕਾਤਾਂ ਬੈਠਕਾਂ 'ਚੋਂ ਕੁਝ ਨਿਕਲਿਆ ਨਹੀਂ ਹੈ, ਸਿਫਰ ਸਾਬਤ ਹੋਇਆ ਤੇ ਅੱਜ ਵਿਰੋਧੀ ਪਾਰਟੀਆਂ ਦਾ ਇੱਕ ਡੈਲੀਗੇਸ਼ਨ ਰਾਸ਼ਟਰਪਤੀ ਨੂੰ ਮਿਲਿਆ, ਇਹੀ ਮੰਗ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਖੇਤੀ ਕਾਨੂੰਨ ਨੂੰ ਲੈ ਕੇ ਵਿਰੋਧੀ ਪਾਰਟੀਆਂ ਵੀ ਮੋਦੀ ਸਰਕਾਰ ਉੱਤੇ ਹਮਲਾਵਰ ਨੇ। ਕਾਨੂੰਨ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਇਹਨਾਂ ਪਾਰਟੀਆਂ ਦੇ ਲੀਡਰਾਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਦੇ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਉਹਨਾਂ ਰਾਸ਼ਟਰਪਤੀ ਨੂੰ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਵਾਪਸ ਲਿਆ ਜਾਵੇ। We met the president and we informed him of our view regarding these bills. And we said that it is very important that these bills are taken back. A couple of points we mentioned to the president. The first was the manner in which these bills were passed, without any discussions, without a conversation with the opposition parties, and certainly without a discussion with the Kisans of this country who have built this country. So the way the bills were imposed, we see it as an insult to the Kisans of this country. The Kisan has lost faith in the government. The Kisan does not believe the government is acting in their interest, and that is why lakhs of them are on the streets and non-violently, compassionately on the street. They are struggling in cold weather
with complete respect. So we informed the President that it is absolutely critical that these bills are taken back. Is by the farmers and which is growing by the day. Keeping that in mind, the government should immediately repeal these bills and the Amendment Act, Electricity Amendment Act, and then discuss and see what sort of a thing needs to be done. But right now, that is what is required. That is the essence of our demand. ਹਾਲਾਂਕਿ ਬੀਜੇਪੀ ਦਾਅਵਾ ਕਰ ਰਹੀ ਹੈ ਕਿ ਕਿਸਾਨਾਂ ਨਾਲ ਚਰਚਾ ਜਾਰੀ ਹੈ ਅਤੇ ਛੇਤੀ ਹੱਲ ਕੱਢਿਆ ਜਾਵੇਗਾ। सरकार खुले मन से किसानों के साथ चर्चा कर रही है और लोकतंत्र में चर्चा के द्वारा ही समाधान है, यह हमारा विश्वास है और वैसे ही होगा, ऐसा हमें पूरी उम्मीद है। हाँ, तो लोकतंत्र है, कोई भी किसी को मिल सकता है, किसी को पाबंदी थोड़ी है। 40 साल से मैं किसान आंदोलन का एक अध्ययन करने वाला कार्यकर्ता रहा हूँ, किसान आंदोलन में शरीक हुआ हूँ, तो उसमें मैंने हमेशा देखा है एपीएमसी के चुंगल से हमें मुक्ति मिले, यही तो देश के किसानों की मांग थी। और एपीएमसी भी रहेगी, जो कानून है उसमें एपीएमसी भी रहेगी, एमएसपी भी रहेगा, सरकारी खरीद जो होती है वो भी रहेगी, और लेकिन दूसरी भी एक विंडो अपॉर्चुनिटी की किसान के लिए मिलेगी, जहां ज्यादा दाम मिलेगा वहां वो बेचेंगे। पर सच ਇਹ ਹੈ ਕਿ ਕਿਸਾਨ ਅੰਦੋਲਨ ਕਾਰਨ ਸਰਕਾਰ ਪੂਰੀ ਤਰ੍ਹਾਂ ਘਿਰੀ ਹੋਈ ਹੈ। ਰਾਸ਼ਟਰਪਤੀ ਨੂੰ ਮਿਲਣ ਵਾਲੇ 5 ਮੈਂਬਰੀ ਪ੍ਰਤੀਨਿਧੀ ਮੰਡਲ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ, ਐਨਸੀਪੀ ਮੁਖੀ ਸ਼ਰਦ ਪਵਾਰ, टीआर ਬਾਲੂ, डी ਰਾਜਾ ਅਤੇ ਯੇਚਰੀ ਸ਼ਾਮਲ ਰਹੇ। ਬੀਜੇਪੀ ਨੂੰ ਛੱਡ ਕੇ ਕਾਂਗਰਸ, ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਸਣੇ ਕਈ ਵਿਰੋਧੀ ਪਾਰਟੀਆਂ ਖੁੱਲ੍ਹ ਕੇ ਖੇਤੀ ਕਾਨੂੰਨ ਦਾ ਵਿਰੋਧ ਕਰ ਰਹੀਆਂ ਨੇ। पंजाब, हरियाणा, यूपी, राजस्थान, मध्य प्रदेश 14 दिसंबर ਨੂੰ ਧਰਨੇ ਲਗਾਏ ਜਾਣਗੇ। ਜੋ ਧਰਨੇ ਨਹੀਂ ਲਗਾਏਗਾ ਉਹ ਦਿੱਲੀ ਕੂਚ ਕਰੇਗਾ। ਅੰਬਾਨੀ ਅਡਾਨੀ ਦਾ ਵੀ ਕੜਾ ਵਿਰੋਧ ਕੀਤਾ ਜਾਏਗਾ। ਇਹ ਕਿਸਾਨ ਜਥੇਬੰਦੀਆਂ ਦੀ ਨਵੀਂ ਰਣਨੀਤੀ ਹੈ। ਕਿਸਾਨ ਤਿਆਰ ਨੇ, ਮੰਗ ਕੋ ਖੇਤੀ ਕਾਨੂੰਨ ਰੱਦ ਕੀਤੇ ਜਾਣ। ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ। ਬ੍ਰੇਕ ਦੇ ਉਸ ਪਾਰ ਕਿ ਕਿਵੇਂ ਇਸ ਕਿਸਾਨ ਅੰਦੋਲਨ ਨੇ ਦੁਸ਼ਯੰਤ ਚੌਟਾਲਾ ਲਈ ਸੰਕਟ ਵਧਾ ਦਿੱਤਾ ਹੈ। ਬ੍ਰੇਕ ਦੇ ਉਸ ਪਾਰ। दुष्यंत चौटाला ਦਾ डिप्टी सीएम ਬਣਨ ਦਾ ਸੁਪਨਾ ਤਾਂ ਪੂਰਾ ਹੋ ਗਿਆ, ਪਰ ਕਿਸਾਨ ਅੰਦੋਲਨ ਨੇ ਸੰਕਟ ਖੜਾ ਕਰ ਦਿੱਤਾ ਹੈ। ਇਹੀ ਸਵਾਲ ਪੁੱਛਿਆ ਜਾ ਰਿਹਾ ਹੈ, ਕਿਸਾਨ ਜਾਂ ਕੁਰਸੀ? ਹੋਰ ਤਾਂ ਹੋਰ ਪਿੰਡ ਦੇ ਲੋਕ ਵੀ ਦਿਵਾਲੇ ਹੋ ਗਏ ਨੇ। दुष्यंत चौटाला और चौधरी रणजीत सिंह जी जो सरकार में बैठे, आज इन्होंने वोट तो लिए थे भाजपा के खिलाफ, आज वो बीजेपी की गोद में बैठ के जाके, अगर वो सरकार से हटकर चौटाला गांव के किसानी संपूर्ण भारत के किसानों के साथ वो नहीं आए, तो सबसे पहले चौटाला गांव में उनका सामाजिक बहिष्कार होगा। दुष्यंत चौटाला ਇਹ ਅੱਜਕੱਲ ਟ੍ਰੈਂਡ ਕਰ ਰਹੇ ਨੇ #ਦੁਸ਼ਯੰਤ ਕਿਸਾਨ ਜਾਂ ਕੁਰਸੀ। ਹੁਣ ਹਰਿਆਣਾ ਦੇ ਡਿਪਟੀ ਸੀਐਮ ਦੀ ਕੁਰਸੀ ਤੇ ਬਿਰਾਜਮਾਨ ਦੁਸ਼ਯੰਤ ਆਪ ਤਾਂ ਅਜੇ ਚੁੱਪੀ ਧਾਰੀ ਬੈਠੇ ਨੇ, ਪਰ ਰੌਲਾ ਕਾਫੀ ਪੈ ਚੁੱਕਾ ਹੈ। ਕਿਸਾਨ ਅੰਦੋਲਨ ਪੰਜਾਬ, ਹਰਿਆਣਾ ਤੋਂ ਹੁੰਦਾ ਹੋਇਆ ਅੱਜ ਦੇਸ਼ ਦਾ ਸਭ ਤੋਂ ਵੱਡਾ ਮੁੱਦਾ ਬਣ ਚੁੱਕਾ ਹੈ। ਹੁਣ ਤਾਂ ਚੌਟਾਲਾ ਪਿੰਡ ਤੋਂ ਵੀ ਦੁਸ਼ਯੰਤ ਚੌਟਾਲਾ ਤੇ ਮੰਤਰੀ ਰਣਜੀਤ ਚੌਟਾਲਾ ਦੇ ਖਿਲਾਫ ਆਵਾਜ਼ ਉੱਠੀ ਹੈ कि दुष्यंत चौटाला और चौधरी रणजीत सिंह जी जो सरकार में बैठे, आज इन्होंने वोट तो लिए थे भाजपा के खिलाफ, और चौधरी देवीलाल जी का वंशज बताकर और चौधरी देवीलाल जी की नीतियों का नाम लेकर वोट लिया। आज वो बीजेपी की गोद में बैठ के जाके, जो गांव का जो अधिकांश गांव के जो मौजूद लोग हैं उनका यही फैसला है, अगर वो सरकार से हटकर चौटाला गांव के किसानी संपूर्ण भारत के किसानों के साथ वो नहीं आए, तो सबसे पहले चौटाला गांव में उनका सामाजिक बहिष्कार होगा। उनको चाहे पानी होका इनका टालेंगे हम, क्योंकि आज संकट की घड़ी में किसान हैं और वो अपने आप को किसान के नेता कहलाते हैं,
और चौधरी देवीलाल जी के वो वंशज बताते हैं, उनकी कहते हैं हमारी रगों में चौधरी देवीलाल जी का खून दौड़ता है। अगर चौधरी देवीलाल जी का खून दौड़ता है तो चौधरी देवीलाल जी ने तो प्रधानमंत्री का पद ठुकरा दिया था। आज उनके पास छोटी छोटी मिनिस्ट्रियां हैं, वो टाइम पास करने के लिए बैठे हैं क्या? किसान अंदोलन हरियाणा ਦੀਆਂ जड़ा च पहुंच चुका है। खापा ने भी हर विधायक दे कोल जाके खट्टर सरकार खिलाफ माहौल बनाउण दा जिम्मा चुकिया है। सरकार नूं समर्थन देण वालियां दे समाजिक बायकाट दा ऐलान जींद च 5 दसंबर नूं कीता गया। खाप पंचायतां दा मतलब हरियाणा दा ਉਹ जाट वोटर है जिस दे कोल सत्ता दी चाबी रहिंदी है, पर सत्ता दा आनंद मान रहे लीडर अजे केड़ा पैर पुंजे लाउण लई तैयार ने। दुष्यंत सत्ता छड्डना नहीं चाहुंदे, पर वध रिहा विरोध उन्हां नूं सत्ता तो दूर करन च कोई कसर नहीं छड्ड रिहा। 90 सीटां वाली हरियाणा विधान सभा च बीजेपी ਦੀਆਂ 40 सीटां, कांग्रेस ਦੀਆਂ 31 ਤੇ जेजेपी ਦੀਆਂ 10 सीटां ਦੇ सहयोग ਨਾਲ हरियाणा च खट्टर सरकार चल रही है। दूजे पासे दिल्ली बॉर्डर ते डटे किसानां ने लगातार केंद्र उत्ते दबाव बना के रखिया होया है। हरियाणा दा किसान दिल्ली बॉर्डर ते पहुंच चुका है ते खापा किसानां नूं खुला समर्थन देण दा ऐलान कर चुकिया ने। यानी हुण इह अंदोलन जिन्ना पंजाब दा है उन्ना हरियाणा दा भी हो चुका है। सियासी जमीन बचाउण दे लई जेजेपी समर्थन वापस लैंदी है तां हरियाणा दी खट्टर सरकार ना सिर्फ संकट च आ जाएगी बल्कि डिग भी सकती है। पर अजे दुष्यंत मस्त होके डिप्टी सीएम दी कुर्सी दा सुख भोग रहे ने। हालांकि विरोध भी हर दिन वधदा जा रहा है। एक छोटे जो ब्रेक ਲਈ ਰੁਕਦੇ ਹਾਂ। ब्रेक ਦੇ उस पार कुंडली बॉर्डर ਤੇ ਖਾਲਸਾਈ रंग। पर यह भी जान लो डीजीपी मोहम्मद मुस्तफा ने सुप्रीम कोर्ट का रुख किया है। हाई कोर्ट ने कैट का ऑर्डर रिजेक्ट किया सी। हाई कोर्ट ने डीजीपी दिनकर गुप्ता की नियुक्ति नूं सही ठहराया सी। एक छोटा सा ब्रेक। किसान अंदोलन विचकार दिल्ली बॉर्डर ते इंज लग रहा है जिवें अद्धा पंजाब उत्थे ही वस गया होवे। गुरु की लाडलिया फौजा भी कुंडली बॉर्डर पहुंच गई ने। गुरु का लंगर अटुट वर्त रहा है। माहौल सचमुच वेखण लायक है। सिंह सज्जे हाँ श्री दशमेश जी के भक्ति शक्ति दे ताई एक सार रखो। वाहे गुरु दा खालसा फतेह गुरु दी पंथ खालसे दा सदा जयकार रखो। गुरु दी लाडली फौज एक बार मुड़ तो दिल्ली च डटी है। केंद्र दे नाल आर पार दी लड़ाई च ये भी मोरी भूमिका निभा रहे ने। सरब लो दे भांडिया च तैयार हुंदा लंगर। गतका खेड दे निहंग सिंह। पहली नसरे चलकारा विसाखी या फिर आनंदपुर साहिब दे होले महल्ले दा पैंदा है। पर ये वो राह है जो दिल्ली नूं जांदा है। कुंडली बॉर्डर नीला बाणा उच्चा दस्तारा अस्तर ते शस्त्र जबर जुल्म के खिलाफ विद्रोह के चिन्ह वजों जाने जाते हैं। ते इत्थे भी निहंग सिंह अपनी ताकत का मुजाहरा कर रहे हैं। पूरे जोश ते होश के नाल घुड़सवारी तलवारबाजी हो रही है। पंजाब बाणिया का नितनेम बचित्र नाटक सुखमनी साहिब का जाप बेअंत बाणिया के जाप इत्थे हुंदे ने। इत्थे भी पूरी मर्यादा का ध्यान रखा जाता है। नाल दिल्ली नाता पुराना ही है। दिल्ली नाल जिहड़ा खालसे का इतिहासक संबंध है वो बहुत विशेष है। दिल्ली विच औरंगजेब इस गल ते डट गया सी कि मैं कला इस्लाम रहन देना, हिंदू खत्म कर देने। हिंदू वीरां ने भी अपनी जान ये गल कह के छड़ा ली कि साडे आगू जो ने ब्राह्मण ने औरंगजेब नूं कहा इन्हां नूं दीन च लाया, जे ये आ जाणगे असीं खुद बखुद ही आ जावांगे। जब कोई भी ऐसा चारा ना चलिया, गुरु नानक देव जी का दर समझ के कश्मीर के पंडित
ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਅਨੰਦਪੁਰ ਸਾਹਿਬ ਪਹੁੰਚੇ। ਗੁਰੂ ਗੋਬਿੰਦ ਸਿੰਘ ਜੀ 9 ਸਾਲ ਦੇ ਸਨ। ਵੇਖਿਆ ਜਦੋਂ ਇੰਨੇ ਲਾਚਾਰ ਨੇ, ਪੁੱਛਦੇ ਨੇ ਆਪਣੇ ਪਿਤਾ ਜੀ ਨੂੰ, ਪਿਤਾ ਜੀ ਇਹ ਕੀ ਕਾਰਨ ਹੈ, ਕੌਣ ਨੇ? ਉਹਨਾਂ ਦੱਸਿਆ ਇਹ ਫਰਿਆਦੀ ਪੰਡਤ ਨੇ, ਹਿੰਦੂਆਂ ਦੇ ਆਗੂ, ਤੇ ਇਹਨਾਂ ਨੂੰ ਔਰੰਗਜ਼ੇਬ ਮੁਸਲਮਾਨ ਕਰ ਰਿਹਾ ਹੈ। ਇਹ ਸਾਰੀ ਜਿਹੜਾ ਹੈ ਜ਼ੁਲਮੋਂ ਤਸ਼ੱਦਦ ਹੈ। ਇਹ ਤਾਂ ਮਾਤ ਪੈਣਾ ਜੇ ਕੋਈ ਪਰਮੇਸ਼ਰ ਦਾ ਪਿਆਰਾ, ਕੋਈ ਧਰਮਾਤਮਾ ਪੁਰਸ਼ ਬਲੀਦਾਨ ਦੇਵੇਗਾ। ਗੁਰੂ ਗੋਬਿੰਦ ਸਿੰਘ ਜੀ ਨੇ ਫਰਮਾਇਆ, ਆਪ ਜੈਸਾ ਹੋਰ ਧਰਮਾਤਮਾ ਕੌਣ ਹੈ? ਬੇਸ਼ੱਕ ਮੈਂ ਆਪਣਾ ਯਤੀਮ ਹੋ ਜਾਵਾਂਗਾ ਜੇ ਇਹ ਸਾਰਾ ਦੇਸ਼ ਆਪਣਾ ਆਜ਼ਾਦੀ ਮਾਣ ਸਕਦਾ ਹੈ, ਤੇ ਕੋਈ ਨਹੀਂ ਪਿਤਾ ਜੀ, ਤੁਸੀਂ ਬਲੀਦਾਨ ਦਿਓ। ਸੋ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਬਲੀਦਾਨ ਦਿੱਤਾ। ਖਾਲਸੇ ਨੇ ਕਈ ਵਾਰ ਇੱਥੇ ਆ ਕੇ ਜੋ ਗੁਰੂ ਸਾਹਿਬਾਂ ਦੇ ਅਸਥਾਨ ਸਨ ਉਹ ਬਣਵਾਏ। ਇੱਥੇ ਸਾਰਾ ਲਾਲ ਕਿਲੇ ਬਹਿ ਕੇ ਰਾਜ ਵੀ ਕੀਤਾ। ਫਿਰ ਗੁਰਮਤਾ ਕੀਤਾ ਕਿ ਅੰਮ੍ਰਿਤਸਰ ਦੀਪਮਾਲਾ ਤੇ ਜਾਣਾ, ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਸਥਾਨ ਤੇ। ਦਿੱਲੀ ਦੀ ਕੋਈ ਗੱਲ ਨਹੀਂ, ਜਦੋਂ ਮਰਜ਼ੀ ਆਣ ਕੇ ਫਿਰ ਦਿੱਲੀ ਤੇ ਆਣ ਕੇ ਆਪਾਂ ਬੈਠ ਜਾਵਾਂਗੇ। ਸੋ ਦਿੱਲੀ ਨਾਲ एक खास ही संबंध है। खालसे ਨੂੰ ਅਕਾਲ ਪੁਰਖ ਨੇ ਸਜਵਾਇਆ ਬਦੌਲਤ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਦੀ, ਸਿਰਫ ਇਹ ਸਾਰਾ ਸੁਧਾਰ ਕਰਨ ਵਾਸਤੇ। ਨਿਹੰਗ ਅੱਜ ਵੀ ਰਵਾਇਤੀ ਪਹਿਰਾਵੇ 'ਚ ਰਹਿੰਦੇ ਨੇ ਤੇ ਪੁਰਾਤਨ ਕਾਲ ਵਰਗੀ ਜ਼ਿੰਦਗੀ ਜਿਉਂਦੇ ਨੇ। ਸੰਘਰਸ਼ੀ ਪਿੜ 'ਚ ਤਿਆਰ ਬਰ ਤਿਆਰ ਨੇ ਅਗਾਂਹ ਲੜਨ ਦੇ ਲਈ ਤੇ ਇਹਨਾਂ ਦੇ ਹੌਸਲੇ ਹਰ ਕਿਸੇ 'ਚ ਜੋਸ਼ ਭਰ ਰਹੇ ਨੇ। ਇਸੇ ਦੇ ਨਾਲ ਫਰੰਟ ਫੁੱਟ ਚਾਰਜ ਦੇ ਲਈ ਇੰਨਾ ਹੀ, ਪਰ ਲੀਡ ਸਟੋਰੀ 'ਚ ਦੇਖਣਾ ਨਾ ਭੁੱਲਣਾ ਕਿਸਾਨਾਂ ਦਾ ਅਗਲਾ ਪਲਾਨ। ਇਸ ਦੇ ਨਾਲ ABP ਨੈਟਵਰਕ ਤੇ ਬਹੁਤ ਕੁਝ ਬਦਲਣ ਵਾਲਾ ਹੈ। ਜਾਣਨ ਦੇ ਲਈ ਦੇਖਦੇ ਰਹੋ ABP ਸਾਂਝਾ, ਜੋਸ਼, ਜਜ਼ਬਾ, ਜਨੂਨ।